ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਨਿਹਾਰਿਕਾ ਗੁਪਤਾ ਜੀ ਨਾਲ, ਜੋ ਕਿ ਹਾਈ ਕੋਰਟ ਦੇ ਵਕੀਲ ਹਨ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਸੇਵਾਵਾਂ ਦੇ ਰਹੇ ਹਨ। ਕਰੋਨਾ ਦੀ ਮਹਾਮਾਰੀ ਦੇ ਦੌਰਾਨ ਵੀ ਨਿਹਾਰਿਕਾ ਜੀ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਸੇਵਾਵਾਂ ਦਿੱਤੀਆਂ ਗਈਆਂ। ਸਾਡੀ ਪੰਜਾਬ ਪ੍ਰੈਸ ਦੀ ਟੀਮ ਨੇ ਨਿਹਾਰਿਕਾ ਗੁਪਤਾ ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਪੇਸ਼ ਹੈ ਇੱਕ ਰਿਪੋर्ट। ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਐਸੇ ਵਕੀਲ ਦੇ ਨਾਲ ਜਿਹਦਾ ਇੱਕ ਉਦੇਸ਼ ਹੈ ਕਿ ਮੈਂ ਸਾਰੇ ਪੰਜਾਬ 'ਚ ਤਾਂ ਕਿ ਹਿੰਦੁਸਤਾਨ ਦੇ ਵਿੱਚ ਹੀ ਉਹ ਲੋਕ ਜਿਹੜੇ ਪਰੇਸ਼ਾਨੀਆਂ ਦੇ ਦੌਰ ਦੇ ਵਿੱਚ ਆ ਉਹਨਾਂ ਦੀ ਹੈਲਪ ਕਰਨੀ ਹੈ। ਸਾਡੀ ਮੁਰਾਦ ਹੈ ਐਡਵੋਕੇਟ ਨਿਹਾਰਿਕਾ ਗੁਪਤਾ ਜੀ ਦੇ ਨਾਲ, ਜਿਹੜੇ ਹਾਈ ਕੋਰਟ ਦੇ ਵਕੀਲ ਨੇ ਔਰ ਆਪਣੀ ਸੇਵਾਵਾਂ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ। ਬਹੁਤ ਇਹਨਾਂ ਦਾ ਧੰਨਵਾਦ ਆ ਜਿਹੜਾ ਅੱਜ ਪੰਜਾਬ ਪਲੱਸ ਚੈਨਲ ਦੇ ਬਹੁਤ ਵਾਰ ਰਿਕੁਐਸਟ ਕਰਨ ਤੇ ਕਈ ਵਾਰ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਲੋਕਡਾਊਨ ਦੇ ਵਿੱਚ, ਪਰ ਇਹਨਾਂ ਨੇ ਟਾਈਮ ਨਹੀਂ ਦਿੱਤਾ। ਹੁਣ ਸਾਨੂੰ ਇਹਨਾਂ ਨੇ ਟਾਈਮ ਦਿੱਤਾ। ਨਿਹਾਰਿਕਾ ਜੀ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸਰ। ਤੁਹਾਡਾ ਬੜਾਪਨ ਹੈ ਕਿ ਇੰਨਾ ਤੁਸੀਂ ਬਾਰੇ ਬੋਲਿਆ ਮੇਰੇ। ਇਹਦੀ ਉਹ ਨਹੀਂ ਹੈ, ਪਰ ਹਾਂਜੀ ਮੇਰਾ ਇਹ ਉਦੇਸ਼ ਹਮੇਸ਼ਾ ਰਹਿੰਦਾ ਹੈ ਕਿ ਜਿਨ੍ਹਾਂ ਨੂੰ ਮੇਰੀ ਮਦਦ ਦੀ ਜ਼ਰੂਰਤ ਹੈ ਮੈਂ ਜ਼ਰੂਰ ਉਹਨਾਂ ਦੀ ਮਦਦ ਕਰਾਂ, ਤੇ ਜੇ ਮੈਂ ਆਪਦੀ ਨੌਲੇਜ ਨਾਲ ਕੁਝ ਵੀ ਉਹਨਾਂ ਤੱਕ ਪਹੁੰਚਾ ਸਕਦੀ ਹੈ ਤੇ ਮੈਂ ਆਪਦੇ ਆਪ ਨੂੰ ਬਹੁਤ ਲੱਕੀ ਸਮਝੂੰਗੀ ਕਿ ਮੈਂ ਉਹਨਾਂ ਦੀ ਮਦਦ ਕਰ ਸਕੀ। ਜੀ, ਜਿਸ ਤਰੀਕੇ ਦੇ ਨਾਲ ਅੱਜ ਬੜੀ ਟੈਨਸ਼ਨਾਂ ਵਾਲਾ ਮਾਹੌਲ ਹੈ, ਜਿਹਨਾਂ ਲੋਕ ਕਿਰਾਏ ਦੇ ਉੱਤੇ ਰਹਿ ਰਹੇ ਨੇ ਜਾਂ ਜਿਨ੍ਹਾਂ ਨੇ ਕਿਰਾਏ ਦੇ ਉੱਤੇ ਆਪਣੀਆਂ ਜਗ੍ਹਾਵਾਂ ਲਿੱਤੀਆਂ ਔਰ ਜਿਨ੍ਹਾਂ ਨੇ ਦਿੱਤੀਆਂ, ਕਿਉਂਕਿ ਇੱਕ ਬਹੁਤ ਵੱਡਾ ਜਿਹੜਾ ਹਿੱਸਾ ਹੈਗਾ ਸਾਰੇ ਹਿੰਦੁਸਤਾਨ ਦਾ ਉਹ ਇਹਨਾਂ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਹੈਗਾ, ਕਿਉਂਕਿ ਹਰੇਕ ਬੰਦੇ 'ਚ ਇੰਨੀ ਪਹੁੰਚ ਨਹੀਂ ਹੈ ਕਿ ਉਹ ਆਪਣੀਆਂ ਚੀਜ਼ਾਂ ਬਣਾ ਸਕੇ। ਪਰ ਇਹ ਇੰਨਾ ਵੱਡਾ ਜਿਹੜਾ ਕਰੋਨਾ ਦੀ ਮਹਾਮਾਰੀ ਜਿਹੜੀ ਸੀਗੀ 3-4 ਮਹੀਨਿਆਂ ਦੀ ਪਹਿਲਾਂ, ਉਹ ਹੁਣ ਵੀ ਕਿਉਂਕਿ ਬਿਜ਼ਨਸ ਦਾ ਜਿਹੜੇ ਬੜੇ ਡਾਊਨਫਾਲ ਚੱਲ ਰਿਹਾ ਹੈਗਾ ਹਰ ਪਾਸੇ, ਕੀ ਕਹਿਣਾ ਚਾਹੋਗੇ ਤੁਸੀਂ? ਕੀ ਮਤਲਬ ਐਜ਼ ਏ ਐਡਵੋਕੇਟ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜਾ ਮਹਾਮਾਰੀ ਦਾ ਆਪਣਾ ਸਮੇਂ ਹੈ, ਇਹ ਸਾਰਿਆਂ ਲਈ ਬਹੁਤ ਮਾੜਾ ਸਮੇਂ ਹੈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਟਾਈਮ ਆਊਗਾ ਕਿ ਸਾਰੇ ਆਪਦੇ ਘਰਾਂ 'ਚ ਬੰਦ ਹੋ ਜਾਣਗੇ, ਸਾਰਿਆਂ ਦੇ ਕੰਮ ਬੰਦ ਹੋ ਜਾਣਗੇ ਤੇ ਉਹ ਆਪਦਾ ਰੈਂਟ ਵੀ ਨਹੀਂ ਦੇ ਪਾਣਗੇ। ਪਰ ਇਹ ਇਕੱਲਾ ਉਹਨਾਂ ਲਈ ਨਹੀਂ ਹੈ ਜਿਨ੍ਹਾਂ ਨੇ ਰੈਂਟ ਦੇਣਾ ਹੈ, ਇਹ ਉਹਨਾਂ ਲਈ ਵੀ ਹੈ ਜਿਨ੍ਹਾਂ ਨੇ ਲੈਣਾ ਹੈ, ਕਿਉਂਕਿ ਕਈ ਉਹਨਾਂ ਦੇ ਵੀ ਘਰ ਸਿਰਫ ਇਹਨਾਂ ਰੈਂਟ ਦੇ ਬੇਸ 'ਤੇ ਹੀ ਚੱਲਦੇ ਹੈ। ਪਰ ਇਹਦੇ 'ਚ ਇਹ ਹੈ ਕਿ ਆਪਣੇ ਲੀਗਲ ਪੁਆਇੰਟ ਦੇ ਹਿਸਾਬ ਨਾਲ 2-3 ਚੀਜ਼ਾਂ ਹੈਗੀਆਂ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੂੰਗੀ। ਪਹਿਲੀ ਚੀਜ਼ ਹੈਗੀ ਹੈ, ਇੱਕ ਕਲੌਜ਼ ਹੁੰਦਾ ਹੈ ਫੋਰਸ ਮਰਜਰਰ। ਤੁਹਾਨੂੰ ਮੈਂ ਪਹਿਲਾਂ ਦੱਸਦੀ ਹਾਂ ਕਲੌਜ਼ ਹੁੰਦਾ ਕੀ ਹੈ। ਫੋਰਸ ਮਰਜਰਰ ਦਾ ਮਤਲਬ ਹੈ ਕਿ ਕੋਈ ਵੀ ਐਸਾ ਇਵੈਂਟ ਹੋਵੇ ਜਾਂ ਉਹਦਾ ਇਫੈਕਟ ਹੋਵੇ ਜਿਹੜਾ ਨਾ ਹੀ ਆਪਾਂ ਦੇਖ ਸਕੀਏ ਕਿ ਆਣਾ ਹੈਗਾ ਤੇ ਨਾ ਹੀ ਉਹ ਆਪਣੇ ਕੰਟਰੋਲ 'ਚ ਹੈਗਾ, ਉਹਦੇ ਬਾਰੇ ਆਪਾਂ ਕੁਝ ਨਹੀਂ ਕਰ ਸਕਦੇ। ਤੇ ਆਪਣੇ ਕੰਟਰੈਕਟ ਜਦੋਂ ਆਪਾਂ ਇੱਕ ਰੈਂਟ ਕੰਟਰੈਕਟ ਬਣਾਉਂਦੇ ਆ, ਲੀਜ਼ ਕੰਟਰੈਕਟ ਬਣਾਉਂਦੇ ਆ, ਉਹਦੇ ਵਿੱਚ ਕਈ ਜਾਣੇ ਇਹ ਕੰਟਰੈਕਟ ਪਾਉਂਦੇ ਆ। ਇਹ ਕੰਟਰੈਕਟ ਦੇ ਵਿੱਚ ਇਹ ਪੁਆਇੰਟ ਆਉਂਦਾ ਹੈ ਫੋਰਸ ਮਰਜਰਰ। ਤੁਸੀਂ ਕਈ ਵਾਰ ਸੁਣਿਆ ਹੋਊਗਾ। ਇਹ ਫੋਰਸ ਮਰਜਰ ਇਕੱਲਾ ਇਹ ਵਰਡ ਨਹੀਂ, ਇਹਦੀ ਹੋਰ ਵੀ ਬਹੁਤ ਪ੍ਰਕਾਰਾਂ ਨਾਲ ਉਹਦੇ 'ਚ ਪਾਇਆ ਜਾਂਦਾ ਹੈ। ਤੇ ਇਹਦਾ ਮਤਲਬ ਇਹ ਹੈ ਕਿ ਜੇ ਕੰਟਰੈਕਟ ਤੁਹਾਡੇ ਵਰਡ ਹੈਗੇ ਤੇ ਜਿਨ੍ਹਾਂ ਨੇ ਰੈਂਟ ਦੇਣਾ ਹੈ, ਜਿਨ੍ਹਾਂ ਕੋਲ ਲੈਸੀ ਹੈ ਜੋ, ਉਹਨਾਂ ਨੂੰ ਇਹ ਪ੍ਰੋਟੈਕਟ ਕਰਦਾ ਹੈ। ਇਹ ਕੰਟਰੈਕਟ ਬਣਾਉਣ ਲੱਗੇ ਦੋਨੋਂ ਪਾਰਟੀਜ਼ ਇਹ ਪਾਉਂਦੀਆਂ ਵਿੱਚ ਕਿ ਜੇ ਐਸੀ ਕੋਈ ਵੀ ਮਹਾਮਾਰੀ ਆਉਂਦੀ ਹੈ ਜਿਹੜੀ ਐਕਟ ਆਫ ਨੇਚਰ ਹੋਵੇ ਜਾਂ ਐਕਟ ਆਫ ਪੀਪਲ ਹੋਵੇ, ਕੁਝ ਵੀ ਹੋ ਸਕਦਾ ਹੈ, ਤੇ ਇਹ ਕਲੌਜ਼ ਦੇ ਹਿਸਾਬ ਨਾਲ ਉਹ ਡਿਸਾਈਡ ਕਰਦੇ ਕਿ ਜੇ ਕਦੇ ਅਜਿਹਾ ਟਾਈਮ ਆਵੇ ਤੇ ਅਸੀਂ ਇਹ ਕਰ ਸਕਦੇ ਕਿ ਅਸੀਂ ਜਾਂ ਤਾਂ ਰੈਂਟ ਹੀ ਨਹੀਂ ਦੇਵਾਂਗੇ ਉਹਨੇ ਮਹੀਨਿਆਂ ਦਾ, ਜਾਂ ਅਸੀਂ 1/3 ਦੇਵਾਂਗੇ ਜਾਂ ਅੱਧਾ ਦੇਵਾਂਗੇ। ਉਹ ਉਹਨਾਂ ਦੋਨਾਂ ਦੀ ਸਮਝਦਾਰੀ ਉੱਤੇ ਹੈ। ਪਰ ਹਾਂ, ਇਹ ਉਦੋਂ ਹੀ ਲਾਗੂ ਹੋਏਗਾ ਜਦੋਂ ਕੰਟਰੈਕਟ ਦੇ ਵਿੱਚ ਇਹ ਪੁਆਇੰਟ ਉਹਨਾਂ ਨੇ ਦਿੱਤਾ ਹੋਇਆ। ਤੇ ਹੁਣ ਦੂਜੇ ਪਾਸੇ ਆਪਾਂ ਆ ਜਾਂਦੇ ਹਾਂ ਕਿ ਆਪਾਂ ਕੰਟਰੈਕਟ ਬਣਾ ਲਿਆ ਪਰ ਉਹਦੇ 'ਚ ਇਹ ਪੁਆਇੰਟ ਨਹੀਂ ਹੈਗਾ, ਪਰ ਕੰਟਰੈਕਟ ਹੋਣਾ ਜ਼ਰੂਰੀ ਹੈ। ਉਹਦੇ 'ਚ ਕੰਟਰੈਕਟ ਐਕਟ ਦੇ ਵਿੱਚ ਇੱਕ ਹੋਰ ਸੈਕਸ਼ਨ ਹੈਗਾ, ਸੈਕਸ਼ਨ 56, ਉਹ ਉਹਨੂੰ ਕਵਰ ਕਰਦਾ। ਪਰ ਉਹਦੇ ਲਈ 2 ਪੁਆਇੰਟ ਹੈਗੇ ਹੈ ਕਿ ਉਹ ਸਿਰਫ ਉਦੋਂ ਹੀ ਕਵਰ ਕਰੇਗਾ ਜਦੋਂ ਕੁਝ ਪਾਰਟ ਆਫ ਕੰਟਰੈਕਟ ਤੁਸੀਂ ਹਜੇ ਵੀ ਐਗਜ਼ੀਕਿਊਟ ਕਰਨਾ ਹੈ, ਉਹ ਹਜੇ ਵੀ ਪਰਫਾਰਮ ਹੋਣ ਵਾਲਾ ਹੈ। ਜੇ ਉਹ ਪੂਰਾ ਹੀ ਪਰਫਾਰਮ ਹੋ ਗਿਆ, ਜਿਵੇਂ ਇੱਕ ਲੀਸ ਹੈ, ਕਿਸੇ ਨੇ 3 ਸਾਲ ਦੀ ਲੀਸ ਲੈ ਲਈ ਤੇ ਉਹਨੇ ਆਲਰੇਡੀ ਰਾਈਟਸ ਆਪਦੇ ਟ੍ਰਾਂਸਫਰ ਕਰਤੇ, ਫਿਰ ਉਹ ਇਹਦੇ 'ਚ ਫਾਲ ਨਹੀਂ ਕਰੇਗਾ। ਤੇ ਹੁਣ ਜੇ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਐਗਜ਼ਾਮਪਲ ਦਿੰਨੀ ਹੈ ਕਿ 2 ਬਿਜ਼ਨਸਮੈਨ ਹੈ, ਇੱਕ ਨੇ ਆਪਦਾ ਸਮਾਨ ਵੇਚਣਾ, ਦੂਜੇ ਨੇ ਲੈਣਾ ਹੈ। ਉਹਨਾਂ ਦੇ ਵਿੱਚ ਕੰਟਰੈਕਟ ਹੋ ਗਿਆ ਕਿ ਦਿੱਲੀ ਤੋਂ ਸਮਾਨ ਚੰਡੀਗੜ੍ਹ ਆਏਗਾ, ਕਿ ਅੱਜ ਸ਼ਾਮੀ ਅਸੀਂ ਤੁਹਾਡਾ ਸਮਾਨ ਇੱਥੋਂ ਭੇਜ ਦਾਂਗੇ। ਪਰ ਦੁਪਹਿਰੇ ਲੋਕਡਾਊਨ ਦਾ ਨੋਟੀਫਿਕੇਸ਼ਨ ਆ ਗਈ। ਹੁਣ ਦੋਨਾਂ ਦੀ ਗਲਤੀ ਨਹੀਂ ਹੈਗੀ, ਉਹ ਸਮਾਨ ਭੇਜ ਨਹੀਂ ਸਕਦੇ ਕਿਉਂਕਿ ਕੰਪਲੀਟ ਲੋਕਡਾਊਨ ਹੈ, ਉੱਥੇ ਨਹੀਂ ਹੋ ਸਕਦਾ, ਸਮਾਨ ਪਹੁੰਚਿਆ ਨਹੀਂ। ਅੱਗੇ ਉਹਨਾਂ ਦੀ ਜਿਹੜੀ ਮਰਜ਼ੀ ਕਮਿਟਮੈਂਟ ਹੋਏ, ਇਹਦੇ ਵਿੱਚ ਉਹ ਪਾਰਟੀਜ਼ ਆਪਦਾ ਕੰਟਰੈਕਟਸ ਕਰ ਸਕਦੀਆਂ, ਕੋਰਟ ਨੂੰ ਅਪਰੋਚ ਕਰ ਸਕਦੀਆਂ ਕਿ ਸਾਡੀ ਕੋਈ ਗਲਤੀ ਨਹੀਂ ਸੀ। ਇੱਕ ਐਸਾ ਆ ਗਿਆ ਸਮਾਂ ਕਿ ਨਾ ਤੁਹਾਡੇ ਕੰਟਰੋਲ ਸੀ ਨਾ ਸਾਡੇ ਕੰਟਰੋਲ ਸੀ, ਹੁਣ ਇਸ ਤੋਂ ਸਾਨੂੰ ਪ੍ਰੋਟੈਕਟ ਕੀਤਾ ਜਾਏ। ਉਹਦੇ 'ਚ ਇੱਕ ਪਰਫਾਰਮੈਂਸ ਹੈਗੀ ਜਿਹੜੀ ਹਜੇ ਵੀ ਪਰਫਾਰਮ ਹੋਣੀ ਬਾਕੀ ਸੀ, ਇਸ ਲਈ ਉਹਦੇ 'ਚੋਂ ਫਾਲ ਕਰੇਗਾ। ਲੀਸਿਸ ਇਹਦੇ 'ਚ ਫਾਲ ਨਹੀਂ ਕਰਨਗੀਆਂ।
ਸਿੰਪਲ ਜਿਹਾ ਹੈਗਾ, ਜਿਹੜੇ ਐਗਜ਼ੀਕਿਊਟਿਡ ਕੰਟਰੈਕਟਸ ਹੈਗੇ ਹੈ ਉਹ ਇਹਦੇ 'ਚ ਫਾਲ ਨਹੀਂ ਕਰਨਗੇ, ਸਿਰਫ ਐਗਜ਼ੀਕਿਊਟਰੀ ਕੰਟਰੈਕਟਸ ਫਾਲ ਕਰਨਗੇ। ਤੇ ਬਾਕੀ ਜਿਹੜਾ ਆਪਾਂ ਟੈਨੈਂਸੀਜ਼ ਕਹਿੰਦੇ ਜਾਂ ਆਪਾਂ ਇਹ ਲੈਸੀਜ਼ ਕਹਿੰਦੇ, ਲੀਜ਼ਰਸ ਕਹਿੰਦੇ, ਇਹ ਜੇ ਕੋਈ ਵੀ ਕੰਟਰੈਕਟ ਨਹੀਂ ਹੈਗਾ ਤੇ ਇਹ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ ਹੈਗੇ ਉਹਦੇ ਅੰਡਰ ਇਹ ਫਾਲ ਕਰਦਾ ਹੈ। ਤੇ ਉਹਦੇ ਜਿਹੜਾ ਫੋਰਸ ਮਰਜਰ ਹੋ ਗਿਆ ਜਾਂ ਜਿਵੇਂ ਆਪਾਂ ਮਹਾਮਾਰੀ ਦਾ ਟਾਈਮ ਕਹਿ ਦਈਏ, ਕੋਈ ਵੀ ਐਸਾ ਐਕਟ ਕਹਿ ਦਈਏ, ਉਹ ਫਾਲ ਕਰਦਾ ਸੈਕਸ਼ਨ 108E ਦੇ ਵਿੱਚ। ਉਹਦੇ 'ਚ ਜਿਹੜਾ ਦਿੱਤਾ ਹੋਇਆ ਕਿ ਕੋਈ ਵੀ ਐਸੀ ਗੱਲ ਹੋਵੇ ਜਿਸ ਕਰਕੇ ਇੱਕ ਬੰਦੇ ਨੇ ਆਪਦੀ ਪ੍ਰਾਪਰਟੀ ਲੀਜ਼ ਤੇ ਲਿੱਤੀ ਹੋਈ ਹੈ, ਉਹ ਜਿਸ ਪਰਪਸ ਕਰਕੇ ਲਿੱਤੀ ਉਹ ਕਿਸੇ ਵੀ ਕਰਕੇ ਜਮਾ ਵੀ ਨਹੀਂ ਹੋ ਸਕਦਾ, ਕਿ ਬਿਲਕੁਲ ਹੀ ਇੰਪੋਸੀਬਿਲਿਟੀ ਹੈ ਕਿ ਉਹ ਪ੍ਰਾਪਰਟੀ ਉਸ ਪਰਪਸ ਲਈ ਯੂਜ਼ ਹੀ ਨਹੀਂ ਕਰ ਸਕਦਾ। ਫਿਰ ਜਿਹੜਾ ਲੈਸੀ ਹੈ ਉਹਦੀ ਇਹ ਹੈਗੀ ਹੈ ਕਿ ਉਹਦੀ ਡਿਸਕ੍ਰਿਸ਼ਨ ਹੈ ਕਿ ਉਹ ਉਸ ਨੂੰ ਵੋਇਡ ਕਰਨਾ ਚਾਹੁੰਦਾ ਹੈ ਕਿ ਨਹੀਂ। ਹੁਣ ਜੇ ਉਹ ਕਹਦੇ ਕਿ ਠੀਕ ਹੈ ਮੈਂ ਇਹ ਪ੍ਰਾਪਰਟੀ ਲਿੱਤੀ ਸੀ ਐਗਰੀਕਲਚਰ ਲਈ, ਮੈਨੂੰ ਪਤਾ ਹੈ ਕਿ ਐਸਾ ਟਾਈਮ ਆ ਗਿਆ, ਫਲੱਡ ਆ ਗਿਆ, ਫਾਇਰ ਆ ਗਿਆ, ਮੌਬ ਦਾ ਹੋ ਗਿਆ, ਕੁਝ ਵੀ ਲੈ ਲਓ ਤੁਸੀਂ, ਕਿ ਮੈਨੂੰ ਪਤਾ ਮੈਂ ਐਗਰੀਕਲਚਰ ਲਈ ਇਹ ਪਰਫਾਰਮ ਨਹੀਂ ਕਰ ਸਕਦਾ, ਪਰ ਮੈਂ ਫਿਰ ਵੀ ਚਾਹੁੰਦਾ ਕਿ ਇਸ ਮੈਂ ਪ੍ਰਾਪਰਟੀ ਨੂੰ ਰੱਖ ਲਾਂ ਕਿ ਅੱਗੇ ਕੰਟੀਨਿਊ ਕਰਾਂ, ਮੈਂ ਕੁਝ ਹੋਰ ਕਰ ਲੂੰਗਾ। ਫਿਰ ਉਹ ਕੋਰਟ ਨੂੰ ਅਪਰੋਚ ਨਹੀਂ ਕਰ ਸਕਦਾ। ਉਹ ਉਦੋਂ ਹੀ ਕਰ ਸਕਦਾ ਜੇ ਉਹ ਕਹੇ ਕਿ ਮੈਂ ਐਗਰੀਕਲਚਰ ਲਈ ਲਿੱਤਾ ਸੀ, ਹੁਣ ਐਸਾ ਟਾਈਮ ਆ ਗਿਆ ਕਿ ਮੈਂ ਬਿਲਕੁਲ ਵੀ ਇਹਦਾ ਕੁਝ ਨਹੀਂ ਕਰ ਸਕਦਾ, ਬਿਲਕੁਲ ਇੰਪੋਸੀਬਲ ਹੈ ਉਸ ਸਿਚੁਏਸ਼ਨ ਲਈ ਯੂਜ਼ ਕਰਨ ਲਈ, ਫਿਰ ਉਹ ਕੋਰਟ ਨੂੰ ਅਪਰੋਚ ਕਰ ਸਕਦਾ, ਕੋਰਟ ਉਹਨੂੰ ਵੋਇਡ ਕਰ ਦੇਗੀ। ਇਹ ਕੁਝ ਚੀਜ਼ਾਂ ਜਿਹੜੀ ਆਪਾਂ ਧਿਆਨ 'ਚ ਰੱਖਣੀਆਂ ਆਪਾਂ ਨੂੰ ਜ਼ਰੂਰੀ ਹੈ ਲੀਗਲ ਪੁਆਇੰਟ ਆਫ ਵਿਊ ਦੇ ਨਾਲ, ਕਿਉਂਕਿ ਸਿਰਫ ਟੈਨੈਂਟਸ ਦਾ ਨਹੀਂ ਹੁੰਦਾ, ਲੈਂਡਲॉर्ड्स ਦਾ ਵੀ ਹੁੰਦਾ ਹੈ ਕਿ ਦੋਨਾਂ ਨੂੰ ਲਾਅ ਨੇ ਪ੍ਰੋਟੈਕਟ ਕਰਨਾ ਹੈ। ਨਿਹਾਰਿਕਾ ਜੀ, ਅਗਰ ਜਿਹੜੀ ਮਰਜ਼ੀ ਦੀ ਕਲਾਸ ਹੈਗੀ ਆ, ਕਿਉਂਕਿ ਆਪਣੇ ਲੋਕਾਂ ਨੇ ਗੱਲ ਸੋਚੀ ਨਹੀਂ ਹੁੰਦੀ ਕਿ ਮਤਲਬ ਜਿਹੜਾ ਆਮ ਜਿਹੜੇ ਲੋਕ ਹੈਗੇ ਆ, ਆਮ ਕਿਰਾਏ ਤੇ ਲੋਕ ਦੇ ਰਹੇ ਨੇ, ਫਿਰ ਉਹਨਾਂ ਦੇ ਲਈ ਕਿਰਾਏਦਾਰ ਲਈ ਔਰ ਜਿਹੜੇ ਕਿਰਾਏ ਤੇ ਦੇਣ ਵਾਲੇ ਉਹਨਾਂ ਦੇ ਕੀ ਪ੍ਰੋਟੈਕਸ਼ਨ ਹੈਗੀ? ਉਹ ਹੈਗੀ ਹੈ ਸੈਕਸ਼ਨ 56 ਦੀ ਮੈਂ ਗੱਲ ਕੀਤੀ ਸੀ, ਜਿਹਦੇ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਐਗਜ਼ੀਕਿਊਟਰੀ ਕੰਟਰੈਕਟਸ ਹੈਗੇ ਉਹਦੇ 'ਚ ਫਾਲ ਕਰਦੇ। ਤੇ ਜੇ ਕੰਟਰੈਕਟ ਜਮਾ ਵੀ ਨਹੀਂ ਹੈਗਾ, ਤੁਸੀਂ ਕੋਈ ਕੰਟਰੈਕਟ ਕੀਤਾ ਹੀ ਨਹੀਂ, ਤੇ ਉਹ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ ਦੇ ਅੰਡਰ ਫਾਲ ਕਰਦੇ। ਤੇ ਉਹੀ ਗੱਲ ਹੈ, ਰਾਈਟਸ ਉਹਨਾਂ ਦੇ ਪ੍ਰੋਟੈਕਟਡ ਰਹਿਣਗੇ ਜੇ ਉਹਨਾਂ ਨੇ ਕੰਟਰੈਕਟ ਬਣਾਇਆ ਹੋਇਆ ਤਾਂ ਵੀ, ਜੇ ਨਹੀਂ ਬਣਾਇਆ ਹੋਇਆ ਤਾਂ ਵੀ। ਪਰ ਕੋਰਟ ਇਹ ਚੀਜ਼ ਦੇਖੇਗੀ ਕਿ ਜੇ ਉਹ ਜਿਹੜੀ ਚੀਜ਼ ਤੁਹਾਡੇ ਤੋਂ ਮੰਗ ਰਹੇ ਹੈ ਉਹ ਵੈਲਿਡ ਹੈ ਜਾਂ ਨਹੀਂ, ਕਿਤੇ ਆਏ ਨਾ ਹੋਏ ਕਿ ਕਿਸੇ ਦਾ ਨਜਾਇਜ਼ ਫਾਇਦਾ ਹੋ ਜਾਏ ਤੇ ਕਿਸੇ ਦਾ ਨਜਾਇਜ਼ ਨੁਕਸਾਨ ਹੋ ਜਾਏ। ਉਹ ਚੀਜ਼ ਨੂੰ ਦੇਖ ਕੇ ਫਿਰ ਕੋਰਟ ਆਪਦਾ ਫੈਸਲਾ ਦੇਗੀ। ਹਾਂ, ਪਰ ਜਿਹੜੀ ਤੁਹਾਡੀ ਗੱਲ ਹੈ ਕਿ ਜੇ ਕਿਸੇ ਨੇ ਕੰਟਰੈਕਟ ਫੋਰਸ ਮਰਜਰ ਦਾ ਕਲੌਜ਼ ਨਹੀਂ ਪਾਇਆ ਹੋਇਆ, ਫਿਰ ਵੀ ਜੋ ਕੋਰਟ ਨੂੰ ਅਪਰੋਚ ਕਰ ਸਕਦਾ ਹੈ ਕਿ ਨਹੀਂ ਉਹ ਪ੍ਰੋਟੈਕਟਡ ਹੈ ਨਹੀਂ, ਉਹ ਬਿਲਕੁਲ ਪ੍ਰੋਟੈਕਟਡ ਹੈ। ਮੈਂ ਇਕੱਲੇ ਕਿਰਾਏਦਾਰਾਂ ਦੇ ਲਈ ਨਹੀਂ ਕਹਿ ਰਿਹਾ, ਮੈਂ ਇਹ ਕਹਿ ਰਿਹਾ ਕਿ ਮਾਲਕਾਂ ਦੇ ਲਈ, ਕਿਉਂਕਿ ਮਾਲਕ ਵੀ ਬੜੇ ਪਰੇਸ਼ਾਨੀਆਂ ਦੇ ਦੌਰ ਦੇ ਵਿੱਚ ਆ, ਕਿਉਂਕਿ ਜਿਨ੍ਹਾਂ ਨੂੰ ਉਹਨਾਂ ਨੇ ਕਿਰਾਏ ਤੇ ਦਿੱਤਾ, ਕਈਆਂ ਲੋਕਾਂ ਦਾ ਜਿਹੜਾ ਸਾਧਨ ਹੀ ਉਹ ਕਿਰਾਇਆ ਹੈਗਾ, ਉਹ ਵੀ ਬੜੇ ਪਰੇਸ਼ਾਨ। ਬਿਲਕੁਲ, ਇਹ ਦੋਨੋਂ ਹੀ ਪ੍ਰੋਟੈਕਟਡ ਹੈ, ਇਕੱਲੇ ਕਿਰਾਏਦਾਰ ਨਹੀਂ, ਲੈਂਡਲॉर्ड्स ਵੀ ਨਾਲ ਹੀ ਪ੍ਰੋਟੈਕਟਡ ਹੈ। ਜਿਹੜੇ ਟੈਨੈਂਟਸ ਦੀ, ਲੈਂਡਲॉर्ड्स ਦੋਨਾਂ ਦੀ ਹੀ ਪ੍ਰੋਟੈਕਸ਼ਨ ਵਿੱਚ ਫਾਲ ਕਰਦੀ ਹੈ। ਦੋਨਾਂ ਦੀ ਹੀ ਗੱਲਾਂ ਸੁਣ ਕੇ ਫਿਰ ਹੀ ਕੋਰਟ ਫੈਸਲਾ ਲਏਗਾ ਕਿ ਕਿਹਦਾ ਨੁਕਸਾਨ ਹੋ ਰਿਹਾ ਤੇ ਕਿਸ ਦਾ ਫਾਇਦਾ ਹੋ ਰਿਹਾ। ਨਿਹਾਰਿਕਾ ਜੀ, ਆਮ ਤੌਰ ਤੇ ਅਸੀਂ ਇਹ ਦੇਖਿਆ ਕਿ ਪੰਜਾਬ ਦੇ ਜਿਹੜੇ ਲੋਕ ਆ ਜਾਂ ਹਿੰਦੁਸਤਾਨ ਦੇ ਲੋਕ ਆ, ਪ੍ਰੋਪਰਟੀ ਆਪਣੀਆਂ ਪਈਆਂ, ਲੇਕਿਨ ਜਦੋਂ ਪ੍ਰੈਜ਼ੈਂਟ ਸੈਨਰੀਓ ਹੈਗਾ ਜਿਹਦੇ 'ਚ ਬੜੀ ਪਰੇਸ਼ਾਨੀ ਆਉਂਦੀ ਹੈਗੀ ਆ ਖਾਲੀ ਕਰਾਉਣ ਦੀ, ਉਹ ਬਹੁਤ ਮਤਲਬ ਪਜਲਿੰਗ ਸਿਚੁਏਸ਼ਨਸ ਆ ਕਿ ਇੱਕ ਆਮ ਬੰਦੇ ਨੇ ਜਿਹਨੇ ਕੋਲ ਪ੍ਰੋਪਰਟੀ ਹੈਗੀ, ਅਗਰ ਉਹਨੇ ਅੱਜ ਕਿਰਾਏ ਤੇ ਦੇਣੀ ਹੈ, ਕੀ ਅੱਜ ਕਾਨੂੰਨ ਜਿਹੜੇ ਹੈਗੇ ਆ ਇੰਨੇ ਵਧੀਆ ਬਣ ਗਏ ਕਿ ਜਿਹਦੇ 'ਚ ਆਮ ਸ਼ਰੀਫ ਬੰਦੇ ਦੇ ਲਈ ਵੀ ਜਿਹੜਾ ਹੈਗਾ ਸਰਵਾਈਵ ਹੋਵੇ? ਬਿਲਕੁਲ, ਇਹ ਬਿਲਕੁਲ ਸਹੀ ਗੱਲ ਹੈ। ਲਾਜ਼ ਬਹੁਤ ਚੇਂਜ ਹੋਏ ਹੈ, ਬਹੁਤ ਅਮੈਂਡਮੈਂਟਸ ਆਈ ਹੈ ਤੇ ਉਹ ਲਾਜ਼ ਨਾਲ ਲੈਂਡਲॉर्ड ਜ਼ਿਆਦਾ ਪ੍ਰੋਟੈਕਟਡ ਹੈ। ਹੁਣ ਅੱਗੇ ਜਿਵੇਂ ਹੁੰਦਾ ਸੀ ਕਿ ਕਿਸੇ ਨੇ ਆਪਣੀ ਪ੍ਰਾਪਰਟੀ ਕਿਰਾਏ ਤੇ ਦੇਣੀ, ਉਹ 100 ਵਾਰ ਸੋਚਦਾ ਸੀ ਕਿ ਮੈਂ ਦੇਵਾਂ ਜਾਂ ਨਾ ਦੇਵਾਂ, ਕੱਲ ਕਬਜ਼ਾ ਨਾ ਹੋ ਜੇ। ਅੱਜ ਕੱਲ੍ਹ ਅਜੇ ਕੋਈ ਸਿਚੁਏਸ਼ਨ ਨਹੀਂ ਹੈ, ਲਾਜ਼ ਇੰਨੇ ਸਟਰੋਂਗ ਹੈ ਕਿ ਕੋਈ ਐਸਾ ਜੇ ਕਰਨ ਦੀ ਸੋਚਦਾ ਵੀ ਹੈ ਤੇ ਕੋਰਟਸ ਉਹਨਾਂ ਲਈ ਬੈਠੀ ਹੈ। ਮਤਲਬ ਤੁਹਾਡਾ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਿਰਾਏਦਾਰ ਦੇ ਲਈ ਵੀ ਮਤਲਬ ਤੇ ਔਰ ਮਕਾਨ ਮਾਲਕ ਦੇ ਲਈ ਵੀ, ਦੋਨਾਂ ਲਈ ਮਤਲਬ ਬਹੁਤ ਪੋਜ਼ਿਟਿਵਲੀ। ਹੁਣ ਇਹ ਨਹੀਂ ਹੈ ਕਿ ਬਹੁਤ ਲੰਬੇ ਫੈਸਲੇ ਜਿੱਦਾਂ ਮਤਲਬ ਤਰੀਕ ਤੇ ਤਰੀਕ ਮਤਲਬ ਉਹ ਵਾਲੀਆਂ ਗੱਲਾਂ ਨਹੀਂ, ਹੁਣ ਮਤਲਬ ਜਲਦੀ ਇਹਨਾਂ ਚੀਜ਼ਾਂ ਨੂੰ ਮਤਲਬ ਹੁੰਦੇ। ਹਾਂਜੀ, ਹੁਣ ਉਹਨਾਂ ਨੇ ਡਿਊਰੇਸ਼ਨ ਬਹੁਤ ਘਟਾਤੀ ਹੈ। ਤੁਸੀਂ ਕੋਰਟ ਨੂੰ ਅਪਰੋਚ ਕਰੋ, ਕੋਰਟ ਬਹੁਤ ਹੀ ਫਾਸਟ ਫਾਰਵਰਡ ਤਰੀਕੇ ਨਾਲ ਤੁਹਾਡੇ ਕੇਸਿਸ ਸੁਣਦੀ ਹੈ। ਹੁਣ ਉਹਨਾਂ ਨੇ ਕੋਰਟ ਦੇ ਜੱਜਸ ਵੀ ਵਧਾਤੇ, ਨੰਬਰ ਆਫ ਕੇਸਿਸ ਜਿਹੜੇ ਹੈਗੇ ਡਿਸਾਈਡਿੰਗ ਹੋਣ ਦੇ ਹੁਣ ਜ਼ਿਆਦਾ ਹੋ ਰਹੇ। ਪਰ ਉਹੀ ਗੱਲ ਹੈ, ਜਿਵੇਂ ਅੱਜ ਕੱਲ੍ਹ ਮਾਰਾਮਾਰੀ ਦਾ ਟਾਈਮ ਹੈ ਤੇ ਸਿਰਫ ਇਹ ਚੀਜ਼ ਨਹੀਂ, ਕੋਰਟਸ ਵੀ ਬਹੁਤ ਘੱਟ ਵਰਕਿੰਗ ਹੈ। ਤੇ ਹੁਣ ਇੱਕ ਟਾਈਮ ਆ ਗਿਆ ਜਦੋਂ ਥੋੜੇ ਜਿਹੇ ਕੇਸਿਸ ਬੈਕਲੌਗ ਤੁਸੀਂ ਕਹਿ ਰਹੇ ਹੋ ਕਿ ਹੋ ਰਹੇ ਹੈ, ਪਰ ਜੇ ਆਪਾਂ ਨਾਰਮਲੀ ਦੇਖਿਆ ਜਾਏ ਤਾਂ ਕੋਰਟਸ ਦੀ ਵਰਕਿੰਗ ਅੱਜ ਕੱਲ੍ਹ ਬਹੁਤ ਫਾਸਟ ਹੈ। ਨਿਹਾਰਿਕਾ ਜੀ, ਤੁਸੀਂ ਹਾਈ ਕੋਰਟ ਦੇ ਵਕੀਲ ਹੋ, ਔਰ ਸਭ ਤੋਂ ਬੈਸਟ ਜਿਹੜਾ ਹੈਗਾ ਤੁਹਾਨੂੰ ਕਦੋਂ ਜ਼ਿੰਦਗੀ ਦੇ ਵਿੱਚ ਨਜ਼ਾਰਾ ਆਇਆ ਜਦੋਂ ਤੁਸੀਂ ਮਤਲਬ ਕੋਈ ਐਸੀ
ਚੀਜ਼ ਜਿਹੜੀ ਹੈਗੀ ਆ ਕਰਕੇ ਮਤਲਬ ਜਿਹਦੇ ਨਾਲ ਮਤਲਬ ਮੈਂਟਲੀ ਬਹੁਤ ਜ਼ਿਆਦਾ ਤੁਹਾਨੂੰ ਮਤਲਬ ਇੰਜੋਏ ਕੀਤਾ ਹੋਵੇ ਤੁਸੀਂ ਉਸ ਚੀਜ਼ ਦੇ ਵਿੱਚ ਕਰਕੇ? ਇਹ ਮੈਂ ਤੁਹਾਨੂੰ ਦੱਸਣਾ ਚਾਹੂੰਗੀ, ਉਹ ਸੀਗਾ ਮੇਰਾ ਪਹਿਲਾ ਕੇਸ ਹਾਈ ਕੋਰਟ ਦਾ। ਮੈਂ ਉਦੋਂ ਨਵੀਂ ਹਾਈ ਕੋਰਟ ਗਈ ਸੀ ਤੇ ਮੇਰੇ ਜੋ ਸੀਨੀਅਰ ਹੈ ਉਹਨਾਂ ਨੇ ਮੈਨੂੰ ਇੱਕਦਮ ਕਿਹਾ ਕਿ ਇਹ ਕੇਸ ਹੈ ਤੇ ਜਾ ਕੇ ਤੁਸੀਂ ਆਰਗਿਊ ਕਰਨਾ ਹੈ। ਮੈਨੂੰ ਇੱਕਦਮ ਲੱਗਿਆ ਕਿ ਹਾਈ ਕੋਰਟ ਇੰਨੀ ਬੜੀ ਚੀਜ਼ ਹੈ। ਬਿਗਨਿੰਗਸ ਦਾ ਸਾਨੂੰ ਐਡਵੋਕੇਟਸ ਨੂੰ ਵੀ ਬਹੁਤ ਲੱਗਦਾ ਹੈ ਕਿ ਡਿਸਟ੍ਰਿਕਟ ਕੋਰਟ, ਫਿਰ ਆਏ ਲੱਗਦਾ ਹਾਈ ਕੋਰਟ, ਆਏ ਲੱਗਦਾ ਅੱਛਾ ਕਿ ਹਾਈ ਕੋਰਟ ਦੇ ਜੱਜ ਦੇ ਅੱਗੇ ਅਸੀਂ ਆਰਗਿਊ ਕਰਾਂਗੇ। ਤੇ ਉਹ ਇੱਕ ਬੇਲ ਮੈਟਰ ਸੀਗਾ ਤੇ ਮੈਨੂੰ ਥੋੜੇ ਬਹੁਤ ਮੈਂ ਪੜ੍ਹ ਕੇ ਗਈ ਸੀ, ਬਾਕੀ ਮੈਂ ਉੱਥੇ ਬੈਠ ਕੇ ਪੜ੍ਹਿਆ। ਮੈਨੂੰ ਨਹੀਂ ਅੰਦਾਜ਼ਾ ਸੀਗਾ ਕਿ ਉਹ ਕੇਸ ਕਿਵੇਂ ਹੋਏਗਾ। ਤੇ ਜੱਜ ਨੇ ਮੈਨੂੰ 3-4 ਕੁਐਸਚਨ ਪੁੱਛੇ, ਮੈਨੂੰ ਉਹ ਸਾਰੇ ਪਤਾ ਸੀ। ਜੱਜ ਸਾਹਿਬ ਨੇ ਜਦੋਂ ਕਿਹਾ ਕਿ ਅੱਛਾ ਹੋ ਗਿਆ, ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਕੇਸ ਦਾ ਫੈਸਲਾ ਕੀ ਹੋਇਆ। ਮੈਂ ਬਾਹਰ ਆ ਕੇ ਆਪਣੇ ਸੀਨੀਅਰ ਨੂੰ ਦੱਸਿਆ ਕਿ ਮੈਮ ਆਰਗਿਊ ਤਾਂ ਹੋ ਗਿਆ ਪਰ ਮੈਨੂੰ ਸਮਝ ਨਹੀਂ ਆਈ ਕੇਸ ਹੋਇਆ ਕੀ। ਫਿਰ ਮੈਮ ਨੇ ਮੈਨੂੰ ਦੱਸਿਆ ਕਿ ਤੂੰ ਅੱਜ ਬੇਲ ਕਰਾ ਕੇ ਆਈ ਹੈ। ਮੈਨੂੰ ਪਹਿਲਾਂ ਤਾਂ ਅੱਧਾ ਘੰਟਾ ਯਕੀਨ ਹੀ ਨਹੀਂ ਹੋਇਆ ਕਿ ਅੱਛਾ ਪਹਿਲਾਂ ਮੇਰਾ ਕੇਸ ਸੀ ਤੇ ਹੋ ਵੀ ਗਈ। ਉਹ ਇੱਕ ਟਾਈਮ ਸੀ ਕਿ ਕੋਈ ਵੀ ਵਕੀਲ ਆਦਾ ਪਹਿਲਾ ਕੇਸ ਕਦੇ ਨਹੀਂ ਭੁੱਲਦਾ, ਚਾਹੇ ਉਹਦੀ ਪ੍ਰੈਕਟਿਸ ਜਿੰਨੀ ਮਰਜ਼ੀ ਲੰਬੀ ਹੋ ਜੇ, ਉਹ ਉਹਦੇ ਲਈ ਸਭ ਤੋਂ ਪ੍ਰੈਸ਼ੀਅਸ ਮੂਮੈਂਟ ਰਹਿੰਦਾ ਹੀ ਰਹਿੰਦਾ। ਮੇਰਾ ਹਮੇਸ਼ਾ ਤੋਂ ਇਹ ਉਦੇਸ਼ ਰਿਹਾ ਕਿ ਜਿਨ੍ਹਾਂ ਦੀ ਮੈਂ ਮਦਦ ਕਰ ਸਕਦੀ ਹਾਂ, ਮੇਰੀ ਨੌਲੇਜ ਜੇ ਉਹਨਾਂ ਤੱਕ ਪਹੁੰਚ ਸਕਦੀ ਹੈ ਤੇ ਉਹਨਾਂ ਦੀ ਹਲਕੀ ਜਿਹੀ ਵੀ ਮਦਦ ਹੋ ਸਕਦੀ ਹੈ ਤਾਂ ਮੈਂ ਆਪਦਾ ਆਪ ਨੂੰ ਬਹੁਤ ਲੱਕੀ ਸਮਝੂੰਗੀ।